हाँ जी प्यारे साथियों, सत श्री अकाल सारिਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ। ਤੇ ਜਿਵੇਂ ਕਿ ਕਾਫੀ ਸਾਥੀ ਜਿਹੜੇ ਮੈਸੇਜ ਕਰਦੇ ਸੀ ਕਿ ਦੀਦੀ ਹਿਸਟਰੀ ਦੀ ਕਲਾਸ ਵੀ ਲਾਓ, ਠੀਕ ਆ। ਤੇ ਆਪਾਂ ਐਂ ਕਰਦੇ ਜਿਵੇਂ ਅੱਜ ਹੈਗਾ ਵਾ ਵੀਰਵਾਰ, ਹਨਾ, ਕੱਲ ਬੁੱਧਵਾਰ ਸੀਗਾ, ਸੋਮਵਾਰ, ਮੰਗਲਵਾਰ ਤੇ ਬੁੱਧਵਾਰ 3 ਦਿਨ ਆਪਾਂ ਜਿਓਗ੍ਰਾਫੀ ਕਰਿਆ ਕਰਾਂਗੇ, ਠੀਕ ਆ। NCERT ਦੇ ਅਕੋਰਡਿੰਗ ਜਿਹੜੀ ਆਪਣੀ ਚੱਲਦੀ ਪਈ ਆ। ਉਸ ਤੋਂ ਬਾਅਦ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ 3 ਦਿਨ ਆਪਾਂ ਹਿਸਟਰੀ ਕਰ ਲਿਆ ਕਰਾਂਗੇ। ਤੇ ਜਿਹੜਾ ਆਪਣਾ ਸੰਡੇ ਬਚਦਾ ਵਾ, ਸੰਡੇ ਵਾਲੇ ਦਿਨ ਆਪਾਂ ਪੋਲੀਟੀਕਲ ਕਰੀ ਜਾਵਾਂਗੇ, ਠੀਕ ਆ। ਸੋ ਅੱਜ ਦੇ ਸ਼ਡਿਊਲ ਦੇ ਅਕੋਰਡਿੰਗ ਜੇਕਰ ਆਪਾਂ ਗੱਲ ਕਰੀਏ ਤਾਂ ਆਪਣੀ ਹਿਸਟਰੀ ਦੀ ਕਲਾਸ ਆ, ਠੀਕ ਆ। ਜਿਵੇਂ ਮੈਂ ਇੱਕ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਵੀ ਜਿਹੜੀਆਂ ਮੈਂ NCERT ਦੀਆਂ ਬੁੱਕਸ ਜਿਹੜੀਆਂ ਮੈਂ ਐਮਾਜ਼ੋਨ ਤੋਂ ਮੰਗਵਾਈਆਂ, ਫਿਲਹਾਲ ਮੇਰੀਆਂ 4 ਆਈਆਂ ਬੁੱਕ ਅਜੇ, ਕਿਉਂਕਿ 9 ਬੁੱਕ ਆ ਟੋਟਲ। ਬਾਕੀ ਦੀਆਂ ਬੁੱਕ ਉਹਨਾਂ ਦੇ ਸਟਾਕ 'ਚ ਅਜੇ ਹੈ ਨਹੀਂ ਸੀ ਤੇ ਉਹਨਾਂ ਦੀ ਡਿਲੀਵਰੀ ਥੋੜ੍ਹੀ ਲੇਟ ਹੋਣੀ ਆ। ਤੇ ਜਿਹੜੀ ਆਪਣੀ 6ਵੀਂ ਕਲਾਸ ਦੀ ਹਿਸਟਰੀ ਹੈ ਤੇ 8ਵੀਂ ਕਲਾਸ ਦੀ ਹਿਸਟਰੀ ਆ ਉਹ ਅਜੇ ਆਈ ਨਹੀਂ ਹੈ। 6ਵੀਂ ਦੀ ਹਿਸਟਰੀ ਵੀ ਅਜੇ ਆਉਣ ਵਾਲੀ ਹੈ, ਠੀਕ ਹੈ। 7ਵੀਂ ਦੀ ਆ ਗਈ ਆ। ਸੋ ਮੈਂ ਸੋਚ ਰਹੀ ਵੀ 7ਵੀਂ ਦੀ ਹਿਸਟਰੀ ਆਪਾਂ ਉਹਨਾਂ ਚਿਰ ਕਰ ਲਈਏ, ਠੀਕ ਹੈ। ਤੇ ਆਪਾਂ 7ਵੀਂ ਦੀ ਹਿਸਟਰੀ ਸਟਾਰਟ ਕਰਦੇ ਹਾਂ ਆਪਾਂ। ਜਦੋਂ ਮੈਂ ਤੁਹਾਨੂੰ ਆਹ ਚੈਪਟਰ ਰੀਡ ਕਰੂੰਗੀ ਨਾ, ਆਪਾਂ ਐਨਾਲਿਸਿਸ ਕਰਕੇ ਪੜ੍ਹਨਾ ਵਾ, ਠੀਕ ਹੈ। ਇਹ 7ਵੀਂ ਕਲਾਸ ਦੀ ਬੁੱਕ ਆ, ਇਹ ਇੱਕੋ ਹੀ ਚੱਕਣੀ ਪੈਂਦੀ ਆਪਾਂ ਨੂੰ, ਤੁਹਾਨੂੰ ਪਤਾ ਹੀ। ਇਹਦੇ ਵਿੱਚ ਜਿਓਗ੍ਰਾਫੀ ਆ, ਵਿੱਚ ਹਿਸਟਰੀ ਆ, ਵਿੱਚ ਪੋਲੀਟੀਕਲ ਆ, ਠੀਕ ਆ। ਪਰ ਜੇਕਰ ਆਪਾਂ ਗੱਲ ਕਰੀਏ ਤੇ ਆ ਜਿਹੜੀ ਆ NCERT ਦੀ ਹਿਸਟਰੀ ਦੀ ਬੁੱਕ ਆ, ਇਹ ਇੰਨੀ ਕੁ ਸੋਹਣੀ ਬੁੱਕ ਆ ਨਾ ਕਿ ਮੈਂ ਤੁਹਾਨੂੰ ਕੀ ਦਿਖਾਵਾਂ। ਦੇਖੋ ਇੱਧਰ ਦੇਖੋ, ਠੀਕ ਆ। ਇੱਧਰ ਦੇਖੋ, ਸ਼ਾਇਦ ਤੁਹਾਨੂੰ ਕਲੀਅਰ ਦਿਸ ਰਹੀ ਹੋਊਗੀ, ਠੀਕ ਆ। ਇੱਧਰ ਦੇਖੋ ਕਿੰਨੀਆਂ ਸੋਹਣੀਆਂ ਇਹਨਾਂ ਨੇ ਪ੍ਰੋਪਰ ਵਿੱਚ ਪਿਕਚਰ ਬਣਾਈਆਂ ਹੋਈਆਂ ਵਾ, ਠੀਕ ਆ। ਹਰ ਇੱਕ ਚੀਜ਼ ਦਾ ਇਹਨਾਂ ਨੇ ਵਿੱਚ ਪ੍ਰੂਫ ਦਿੱਤਾ ਹੋਇਆ ਵਾ। ਆਹ ਦੇਖੋ, ਹਰ ਇੱਕ ਚੀਜ਼ ਦਾ ਵਿੱਚ ਪ੍ਰੂਫ ਦਿੱਤਾ, ਠੀਕ ਆ। ਇੰਨੀ ਕੁ ਸੋਹਣੀ ਬੁੱਕ ਆ, ਕੋਈ ਕਹਿਣ ਦੀ ਗੱਲ ਨਹੀਂ। ਚਲੋ ਆਪਾਂ ਪਹਿਲਾ ਚੈਪਟਰ ਸਟਾਰਟ ਕਰਦੇ ਹਾਂ, ਠੀਕ ਆ। ਆਪਣਾ ਪਹਿਲਾ ਚੈਪਟਰ ਹੈਗਾ ਵਾ प्रारंभिक कथन, हजारों वर्ष के दौरान हुए परिवर्तनों की पड़ताल, ठीक ਆ। ਜੇਕਰ ਆਪਾਂ ਗੱਲ ਕਰੀਏ ਤੇ ਆਪਾਂ ਪੰਜਾਬ ਬੋਰਡ ਦੀ ਬੁੱਕ ਤੇ ਵੇਖ ਲੈਂਦੇ ਆ ਵੀ ਇਹਨਾਂ ਨੇ ਪਹਿਲਾ ਚੈਪਟਰ ਕਿਹੜਾ ਦਿੱਤਾ ਵਾ, ਠੀਕ ਆ। ਇਹਨਾਂ ਨੇ ਦਿੱਤਾ ਵਾ ਭਾਰਤ ਅਤੇ ਸੰਸਾਰ ਕਦੋਂ, ਕਿੱਥੇ ਅਤੇ ਕਿਵੇਂ। ਜ਼ਮੀਨ ਆਸਮਾਨ ਦਾ ਫਰਕ ਆ, ਕੋਈ ਵੀ ਡਾਟਾ ਜਿਹੜਾ ਵਾ ਇੱਥੇ ਮੈਚ ਨਹੀਂ ਹੁੰਦਾ ਪਿਆ, ਠੀਕ ਆ। ਜਿਹੜਾ ਇਹ ਪਹਿਲਾ ਚੈਪਟਰ ਹੈ, ਜੇਕਰ ਆਪਾਂ ਪੰਜਾਬ ਬੋਰਡ ਦੀ ਗੱਲ ਕਰੀਏ ਉਹ ਚੈਪਟਰ ਹੋ ਗਿਆ, ਤੇ ਜਾਂ ਫਿਰ ਹੋ ਗਿਆ NCERT ਦਾ ਚੈਪਟਰ। ਇਹ ਆਪਸ ਦੇ ਵਿੱਚ ਜਿਹੜੇ ਆ ਜਮਾ ਵੀ ਮੈਚ ਨਹੀਂ ਕਰਦੇ, ਠੀਕ ਆ। ਆਹ ਦੇਖੋ, ਠੀਕ ਹੈ। ਆਪਾਂ ਦੋਨਾਂ ਤੋਂ ਹੀ ਪੜਾਂਗੇ, ਠੀਕ ਹੈ। ਚਲੋ ਆਪਾਂ ਸਟਾਰਟ ਕਰਦੇ ਹਾਂ। ਇਹ ਕਹਿੰਦੇ ਆ मानचित्र 1 और 2 पर नजर डालिए। आ देखो, ठीक है। मैं टेलीग्राम ਤੇ ਪਿਕਚਰ ਜਿਹੜੀ ਆ ਸੈਂਡ ਕਰੂੰਗੀ, ठीक है। ਇਹਨਾਂ ਨੇ ਕਿਹਾ कि एक अरब भूगोल वेत्ता अल अदरीसी ने 1154 में बनाया था। यहाँ जो नक्शा दिया गया है वह उसके द्वारा बनाए गए दुनिया के बड़े मानचित्र का एक हिस्सा है और भारतीय उपमहाद्वीप को दर्शाता है। पहला रीड आउट कर लो, मैं समझाऊंगी पंजाबी दे विच। मानचित्र 2 एक फ्रांसीसी मानचित्रकार ने 1720 में बनाया था। दोनों नक्शे एक ही इलाके के हैं मगर उनमें काफी अंतर है। अल अदरीसी के नक्शे में दक्षिण भारत उस जगह है, वो जगह है जहां हम आज उत्तर भारत ढूंढेंगे और श्रीलंका का द्वीप ऊपर की तरफ है। जगहों के नाम अरबी में दिए गए हैं और उनमें कुछ जाने पहचाने नाम भी हैं, जैसे कि उत्तर का कनौज। मानचित्र 2 पहले मानचित्र के बनने के लगभग 600 वर्ष बाद बनाया गया। इस काल अवधि में उपमहाद्वीप के बारे में सूचनाएं काफी बदल गई थी। यह नक्शा हमें ज्यादा परिचित लगेगा, उससे विशेषकर तटीय इलाकों के बारीक ब्यौरे देखकर आश्चर्य होता है। यूरोप के नाविक तथा व्यापारी अपनी समुद्र यात्रा के लिए इसी नक्शे का प्रयोग करते थे, ठीक है। यानी कि ਜਿਹੜਾ ਸਾਡੇ ਚੈप्टर ਦਾ ਪਹਿਲਾ ਪੜਾਅ ਆ, ਆ ਦੇਖੋ ਮੈਂ ਕੀ ਲਿਖਿਆ, ਨਕਸ਼ੇ ਦਾ ਇਤਿਹਾਸ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਲਿਖਿਆ, ਠੀਕ ਆ। ਕਹਿੰਦਾ ਕਿ ਆਪਾਂ ਪੜਿਆ ਹੁਣੇ ਵੀ ਦੁਨੀਆ ਦਾ ਸਭ ਤੋਂ ਪਹਿਲਾ ਨਕਸ਼ਾ 12ਵੀਂ ਸਦੀ ਵਿੱਚ 1154 ਈਸਵੀ ਦੇ ਵਿੱਚ ਬਣਾਇਆ ਗਿਆ ਸੀ, ਠੀਕ ਹੈ। ਕਦੋਂ ਬਣਾਇਆ ਗਿਆ ਸੀਗਾ? 1154 ਈਸਵੀ ਦੇ ਵਿੱਚ, ਠੀਕ ਆ। 1154 ਈਸਵੀ ਦੇ ਵਿੱਚ, ਠੀਕ ਹੈ। ਅੰਡਰਲਾਈਨ ਕਰ ਦਿੰਨੀ ਆ, ਠੀਕ ਹੈ। 1154 ਈਸਵੀ ਦੇ ਵਿੱਚ ਬਣਾਇਆ ਗਿਆ ਸੀ। ਫਿਰ ਕਹਿੰਦੇ ਇਸ ਨਕਸ਼ੇ ਦਾ ਸਭ ਤੋਂ ਵੱਡਾ ਹਿੱਸਾ ਭਾਰਤੀ ਉਪ ਮਹਾਦੀਪ ਨੂੰ ਦਰਸਾਉਂਦਾ ਹੈ। ਯਾਨੀ ਕਿ ਜਿਹੜਾ
ਜਿਹੜਾ ਸਭ ਤੋਂ ਵੱਡਾ ਇਹਦਾ ਹਿੱਸਾ ਵਾ ਨਕਸ਼ੇ ਦਾ, ਉਹ ਕਿਹਨੂੰ ਦਰਸਾਉਂਦਾ ਸੀ? ਭਾਰਤੀ ਉਪ ਮਹਾਦੀਪ ਨੂੰ ਦਰਸਾਉਂਦਾ ਸੀ। ਸਭ ਤੋਂ ਪਹਿਲਾਂ ਤੁਸੀਂ ਯਾਦ ਰੱਖਣਾ ਵਾ ਕਿ ਦੁਨੀਆ ਦਾ ਸਭ ਤੋਂ ਪਹਿਲਾ ਜਿਹੜਾ ਨਕਸ਼ਾ ਸੀ 1154 ਈਸਵੀ ਦੇ ਵਿੱਚ ਬਣਾਇਆ ਗਿਆ ਸੀ। ਠੀਕ ਹੈ, ਤੇ ਕਿਹਦੇ ਦੁਆਰਾ ਬਣਾਇਆ ਗਿਆ ਸੀ? ਅਲ ਅਦਰੀਸੀ। ਅਲ ਅਦਰੀਸੀ, ਕਿਤੇ ਕਿਤੇ ਐੜੇ ਨਾਲ ਲਿਖਿਆ ਵੀ ਆ ਸਕਦਾ ਤੇ ਈਡੀ ਨਾਲ ਲਿਖਿਆ ਵੀ ਆ ਸਕਦਾ, ਸੋ ਤੁਸੀਂ ਨਾਮ ਯਾਦ ਰੱਖਣਾ। ਕਲੀਅਰ? ਤੇ ਯਾਦ ਰੱਖਣਾ ਅੱਗੇ ਨੈਕਸਟ ਪੁਆਇੰਟ ਇਹਦਾ ਵੀ ਇਸ ਨਕਸ਼ੇ ਦਾ ਸਭ ਤੋਂ ਵੱਡਾ ਹਿੱਸਾ ਭਾਰਤੀ ਉਪ ਮਹਾਦੀਪ ਨੂੰ ਦਰਸਾਉਂਦਾ ਵਾ, ਜਿਸ ਵਿੱਚ ਭਾਰਤੀ ਉਪ ਮਹਾਦੀਪ ਨੂੰ ਕਿੱਥੋਂ ਤੋਂ ਕਿੱਥੋਂ ਤੱਕ ਦਿਖਾਇਆ ਗਿਆ ਵਾ? ਭੂਮੀ ਤੋਂ ਲੈ ਕੇ ਤੇ ਸਮੁੰਦਰ ਤੱਕ, ਭੂਮੀ ਤੋਂ ਲੈ ਕੇ ਤੇ ਸਮੁੰਦਰ ਤੱਕ ਦਰਸਾਇਆ ਗਿਆ। ਤੇ ਸਭ ਤੋਂ ਵੱਡੀ ਚੀਜ਼ ਇੱਥੇ ਇਹਨਾਂ ਨੇ ਲਿਖੀ ਆ, ਇਹਨਾਂ ਨੇ ਇੱਥੇ ਕਿਹਾ ਵਾ, हाँ, इन्हें क्या कि जगहों के नाम अरबी में दिए गए हैं, यानी कि इस नक्शे दे विच ਜਿਹੜੀਆਂ ਜਗ੍ਹਾ ਦੇ ਨਾਮ ਦਿੱਤੇ ਆ ਉਹ ਕਿਹੜੀ ਭਾਸ਼ਾ ਦੇ ਵਿੱਚ ਦਿੱਤੇ ਗਏ ਆ? ਅਰਬੀ ਭਾਸ਼ਾ ਦੇ ਵਿੱਚ ਦਿੱਤੇ ਗਏ ਆ। ਕਿਹੜੀ ਭਾਸ਼ਾ ਦੇ ਵਿੱਚ ਦਿੱਤੇ ਗਏ ਆ? ਅਰਬੀ ਭਾਸ਼ਾ ਦੇ ਵਿੱਚ ਜਗ੍ਹਾ ਦੇ ਨਾਮ ਦੱਸੇ ਗਏ। ਇਹ ਵੀ ਪੁਆਇੰਟ ਜਿਹੜਾ ਵਾ ਤੁਸੀਂ ਜ਼ਰੂਰ ਯਾਦ ਰੱਖਣਾ। ਠੀਕ ਆ, ਜੇਕਰ ਤੁਸੀਂ ਨਾਲ ਨਾਲ ਲਿਖ ਸਕਦੇ ਹੋ ਫਿਰ ਤੇ ਬਹੁਤ ਹੀ ਵਧੀਆ ਗੱਲ ਆ। ਠੀਕ ਆ, ਹੋਰ ਇਹਦੇ ਬਾਰੇ ਤੁਸੀਂ ਕੀ ਪੁਆਇੰਟ ਯਾਦ ਰੱਖਣਾ ਵਾ? ਹਾਂ, ਇੱਕ ਤੇ ਇਹ ਹੋ ਗਿਆ, ਇੱਕ ਪੁਆਇੰਟ ਇਹ ਐਡ ਕਰ ਲੈਣਾ ਵੀ ਇਹਦੇ ਵਿੱਚ ਜਿਹੜੇ ਨਕਸ਼ਿਆਂ ਦੇ, ਇਸ ਨਕਸ਼ੇ ਦੇ ਵਿੱਚ ਜਿਹੜੇ ਜਗ੍ਹਾ ਦੇ ਨਾਮ ਦਿੱਤੇ ਗਏ ਸੀ ਉਹ ਅਰਬੀ ਭਾਸ਼ਾ ਦੇ ਵਿੱਚ ਦਿੱਤੇ ਗਏ ਸੀ। ਤੇ ਦੂਜਾ ਪੁਆਇੰਟ ਯਾਦ ਰੱਖਣਾ ਵੀ ਇਹ ਇੱਕੋ ਇਲਾਕੇ ਤੋਂ ਹੀ, ਇੱਕੋ ਇਲਾਕੇ ਤੋਂ ਹੀ, ਠੀਕ ਹੈ, ਇੱਕੋ ਇਲਾਕੇ ਤੋਂ ਮਤਲਬ ਮੈਂ ਤੁਹਾਨੂੰ ਦੱਸਦੀ ਹਾਂ। ਉਹਨਾਂ ਨੇ ਕਿਹਾ ਵੀ ਜਿਹੜਾ ਇਸ ਤੋਂ ਬਾਅਦ ਦੂਜਾ ਨਕਸ਼ਾ ਆ, ਪਹਿਲਾ ਨਕਸ਼ਾ ਤੇ ਦੂਜਾ ਨਕਸ਼ਾ, ਇਹ ਜਿਹੜੇ ਇੱਕੋ ਇਲਾਕੇ ਤੋਂ ਸੀ। ਆਵੇ ਆਪਾਂ ਪੜ੍ਹਦੇ ਹਾਂ ਦੂਜੇ ਨਕਸ਼ੇ ਬਾਰੇ। ਦੁਨੀਆ ਦਾ ਦੂਸਰਾ ਨਕਸ਼ਾ ਫਰਾਂਸੀਸੀ ਨਕਸ਼ਾਕਾਰ ਗਿਵਲਿਮ ਦਾ ਲਿਸਲੇ, ਗਿਵਲਿਮ ਦਾ ਲਿਸਲੇ, ਗਿਵਲਿਮ ਦਾ ਲਿਸਲੇ ਐਂਟਲਸ ਨੂਵੇ, ਇਹ ਨਾਮ ਤੁਹਾਨੂੰ ਯਾਦ ਰੱਖਣਾ ਪੈਣਾ ਵਾ। ਬਹੁਤ ਹੀ ਇੰਪੋਰਟੈਂਟ ਕਲਾਸ ਆ। ਇਦਾਂ ਦੀ ਕਲਾਸ ਤੁਹਾਨੂੰ ਇੱਥੇ YouTube ਤੇ ਕਿਤੇ ਨਹੀਂ ਮਿਲਣੀ। ਠੀਕ ਆ, ਦੁਨੀਆ ਦਾ ਦੂਜਾ ਨਕਸ਼ਾ ਕਿੱਥੋਂ ਦਾ ਹੀ ਨਕਸ਼ਾਕਾਰ? ਫਰਾਂਸ ਦਾ ਸੀਗਾ। ਫਰਾਂਸੀਸੀ ਨਕਸ਼ਾਕਾਰ ਗਿਵਲਿਮ ਦਾ ਲਿਸਲੇ ਐਂਟਲਸ ਨੂਵੇ ਦੁਆਰਾ 18ਵੀਂ ਸਦੀ ਯਾਨੀ ਕਿ 1720 ਈਸਵੀ ਦੇ ਵਿੱਚ ਬਣਾਇਆ ਗਿਆ ਸੀ। ਇਹ ਦੂਜਾ ਨਕਸ਼ਾ ਪਹਿਲੇ ਨਕਸ਼ੇ ਨਾਲੋਂ 600 ਸਾਲ ਬਾਅਦ ਬਣਿਆ। ਇਹ ਵੀ ਪੁਆਇੰਟ ਤੁਸੀਂ ਯਾਦ ਰੱਖਣਾ। ਠੀਕ ਆ, 600 ਸਾਲ ਬਾਅਦ ਬਣਿਆ 1720 ਈਸਵੀ ਦੇ ਵਿੱਚ। ਇੱਕ ਵਾਰੀ ਗਿਣ ਲਿਓ ਵੀ 600 ਸਾਲ ਬਣਦੇ ਆ ਅਪਰੋਕਸੀਮੇਟ। ਠੀਕ ਆ, ਇਸ ਵਿੱਚ ਪਹਿਲੇ ਨਕਸ਼ੇ ਨਾਲੋਂ ਕਾਫੀ ਬਦਲਾਵ ਸਨ। ਠੀਕ ਆ, ਪਹਿਲਾਂ ਤਾਂ ਪੁਆਇੰਟ ਯਾਦ ਰੱਖਣਾ, ਦੋਵੇਂ ਨਕਸ਼ੇ ਜਿਹੜੇ ਆ ਇੱਕੋ ਇਲਾਕੇ ਤੋਂ ਸੀਗੇ। ਠੀਕ ਹੈ, ਪਰ ਇਹਨਾਂ ਨੇ ਕਿਹਾ ਕਿ ਪਹਿਲੇ ਨਕਸ਼ੇ ਨਾਲੋਂ ਦੂਜੇ ਨਕਸ਼ੇ ਦੇ ਵਿੱਚ ਕਾਫੀ ਬਦਲਾਵ ਸੀ। ਇਸ ਵਿੱਚ ਤੱਟੀ ਇਲਾਕਿਆਂ ਦਾ ਬਿਊਰਾ ਜ਼ਿਆਦਾਤਰ ਦਿਖਾਇਆ ਗਿਆ ਹੈ। ਤੱਟੀ ਇਲਾਕੇ ਕਿਹੜੇ ਹੁੰਦੇ ਆ? ਪਾਣੀ ਵਾਲੇ ਹਿੱਸੇ, ਵੀ ਇੱਧਰ ਵੀ ਪਾਣੀ, ਇੱਧਰ ਵੀ ਪਾਣੀ, ਇੱਧਰ ਵੀ ਪਾਣੀ, ਇਦਾਂ ਕਰਕੇ ਵੀ ਜ਼ਿਆਦਾਤਰ ਪਾਣੀ ਵਾਲੇ ਹਿੱਸੇ ਦੂਜੇ ਨਕਸ਼ੇ ਦੇ ਬਿਊਰੇ ਦੇ ਵਿੱਚ ਦਿਖਾਏ ਗਏ ਸੀ। ਯੂਰਪ ਦੇ ਵਪਾਰੀ ਉਸ ਸਮੇਂ ਇਸੇ ਨਕਸ਼ੇ ਦਾ ਪ੍ਰਯੋਗ ਕਰਦੇ ਸਨ ਤੇ ਨਾਵਕ ਵੀ। ਨਾਵਕ ਕੌਣ ਹੁੰਦੇ ਆ? ਹੁਣ ਤੁਹਾਨੂੰ ਨਾਵਕ ਦਾ ਨਹੀਂ ਪਤਾ। ਨਾਵਕ ਹੁੰਦੇ ਆ ਉਹ ਨਾਵਿਕ, ਮਤਲਬ ਬੇੜੀ ਚਲਾਉਣ ਵਾਲੇ ਜਿਹੜੇ ਮਲਾਹ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ, ਉਹਨਾਂ ਨੂੰ ਕਹਿੰਦੇ ਨਾਵਕ। ਉਹ ਇਸੇ ਹੀ ਨਕਸ਼ੇ ਦਾ ਪ੍ਰਯੋਗ ਜਿਹੜਾ ਸੀ ਕਰਦੇ ਸੀ। ਯਾਨੀ ਕਿ ਜਿਹੜਾ ਆਪਣਾ ਪਹਿਲਾ ਪਾਰਟ ਆ, ਯਾਨੀ ਕਿ ਇਸ ਚੈਪਟਰ ਦੇ ਵਿੱਚ ਜਿਹੜਾ ਇਹਨਾਂ ਨੇ ਪਹਿਲਾ ਪਾਰਟ ਦਿੱਤਾ ਵਾ ਉਹ ਨਕਸ਼ਿਆਂ ਦੇ ਬਾਰੇ ਹੀ ਆ ਸਾਰਾ, ਜਿਹੜਾ ਮੈਂ ਤੁਹਾਨੂੰ ਕਰਵਾਤਾ। ਤੇ ਸਾਈਡ ਤੇ ਜਿਹੜਾ ਆ ਮੈਂ ਤੁਹਾਨੂੰ ਪੜਾਉਣੀ ਹੁੰਦੀ ਆ, ਸਾਈਡ ਤੇ ਲਿਖਿਆ। ਠੀਕ ਹੈ, ਇੱਥੇ ਇਹਨਾਂ ਨੇ ਕਿਹਾ ਵਾ 12वीं सदी के भूगोल विजेता अल इदरीसी द्वारा बनाया गया पहला नक्शा जिसमें भारतीय उपमहाद्वीप को भूमि से समुद्र तक दिखाया गया है। ये पॉइंट मैं तुहानू ऑलरेडी दस चुकी हाँ। क्लियर? फिर इन्होंने क्या वा 18वीं सदी के आरंभ में गिवलिम दा लिसले ने एटलस नूवे ने अनुसार यह उप महाद्वीप ਨੂੰ ਉਹਨੇ ਤੱਟੀ ਇਲਾਕਿਆਂ ਦੇ ਦੁਆਰਾ ਦਰਸਾਇਆ ਸੀ। ਕਲੀਅਰ? ਉਸ ਤੋਂ ਬਾਅਦ ਸਾਡਾ ਪਹਿਲਾ ਭਾਗ ਇਸ ਚੈਪਟਰ ਦਾ ਕੰਪਲੀਟ ਹੁੰਦਾ ਜਿਹੜਾ ਕਿ ਨਕਸ਼ਿਆਂ ਦੇ ਬਾਰੇ ਆ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਅਗਲਾ ਦੂਜਾ ਭਾਗ ਇਹਦਾ। ਇਸ ਤੋਂ ਬਾਅਦ ਜਿਹੜਾ ਇਸ ਪਾਠ ਦਾ ਅਗਲਾ ਭਾਗ ਆਉਂਦਾ ਵਾ ਉਹ ਆਉਂਦਾ ਵਾ ਨਵੀਂ ਅਤੇ ਪੁਰਾਣੀ ਜਾਣਕਾਰੀ। ਇੱਥੇ ਇਹਨਾਂ ਨੇ ਲਿਖਿਆ ਨਈ ਔਰ ਪੁਰਾਣੀ ਸ਼ਬਦਾਵਲੀ। ਸਭ ਤੋਂ ਪਹਿਲਾਂ ਆਪਾਂ ਨਕਸ਼ਿਆਂ ਬਾਰੇ ਕੀਤਾ। ठीक है, आप रीड आउट करते हैं। ये कहता अगर समय के साथ साथ सूचनाओं के संदर्भ बदलते हैं तो भाषा और अर्थों के साथ क्या होता है? ऐतिहासिक अभिलेख कई तरह की भाषाओं में मिलते हैं और ये भाषाएं भी समय के साथ साथ बहुत बदली हैं। उदाहरण के लिए मध्य युग की फारसी आधुनिक फारसी भाषा से भिन्न है। यह भिन्नता सिर्फ व्याकरण और शब्द भंडार में ही नहीं आई, समय के साथ शब्दों के अर्थ भी बदल जाते हैं। मैं इत्थे लिखिया पंजाबी दे विच देखो इन्ने ते कहण दा मतलब की आ
ਵੀ ਸਮੇਂ ਦੇ ਨਾਲ ਭਾਸ਼ਾਵਾਂ ਵਿੱਚ ਵੀ ਬਦਲਾਵ ਹੁੰਦੇ ਹਨ। ਉਦਾਹਰਨ ਲਈ ਮੱਧ ਯੁੱਗ ਦੀ ਫਾਰਸੀ ਹੋਣ ਵਾਲੀ ਫਾਰਸੀ ਨਾਲੋਂ ਬਿਲਕੁਲ ਭਿੰਨ ਆ। ਕਲੀਅਰ ਹੋ ਗਿਆ ਨਾ? ਠੀਕ ਆ। ਇਹ ਭਿੰਨਤਾ ਵਿਆਕਰਨ ਸ਼ਬਦ ਭੰਡਾਰ ਵਿੱਚ ਹੀ ਨਹੀਂ ਹੁੰਦੀ ਵੀ ਜਾਂ ਵਿਆਕਰਨ ਦਾ ਕੁਝ ਢੰਗ ਤਰੀਕੇ ਬਦਲ ਗਏ ਜਾਂ ਸ਼ਬਦ ਭੰਡਾਰ ਬਦਲ ਗਏ, ਸ਼ਬਦ ਬਦਲ ਗਏ। ਕਹਿੰਦੇ ਵੀ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਵੀ ਬਦਲਾਵ ਆਉਂਦਾ। ਇਹ ਕਹਿਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ। ठीक है, फिर ਇਹਦਾ दूजा पॉइंट है, पढ़ते हैं आप आगे। उदाहरण के लिए हिंदुस्तान शब्द ही लीजिए, आज हम इसे आधुनिक राष्ट्रीय युग भारत के अर्थ में लेते हैं। 13वीं सदी में जब फारसी के इतिहासकार मिहाज एसराज ने हिंदुस्तान शब्द का प्रयोग किया था तो उसका आश्चर्य पंजाब, हरियाणा और गंगा यमुना के बीच में स्थित इलाकों से था। उसने इस शब्द का राजनीतिक अर्थ में उन इलाकों के इस्तेमाल के लिए किया जो दिल्ली के सुल्तान के अधिकार क्षेत्र में आते थे। सल्तनत के प्रसार के साथ साथ इस शब्द के अंतर्गत आने वाले क्षेत्र भी बढ़ते गए, लेकिन हिंदुस्तान शब्द में दक्षिण भारत का समावेश कभी नहीं हुआ। इसके विपरीत 16वीं सदी के आरंभ में बाबर ने हिंदुस्तान शब्द का प्रयोग किया। ठीक है, फिर कहते कि जेड़ा बाबर सी उन्हें उपमहाद्वीप के भूगोल, पशु पंछियों और यहाँ के निवासियों की संस्कृति का वर्णन करने के लिए किया। यह प्रयोग 14वीं सदी के कवि अमीर खुसरो द्वारा प्रयुक्त शब्द हिंद से ही मिलता जुलता था। ठीक है, मगर यहाँ भारत को एक भौगोलिक और सांस्कृतिक सत्व के रूप में पहचाना जा रहा था। वहां हिंदुस्तान शब्द से राजनीतिक और राष्ट्रीय अर्थ जेड़े आ ਉਹ ਕਹਿੰਦੇ ਵੀ ਹੋਣ ਜੁੜੇ। ਸਮਝੋ, ਪਹਿਲਾ ਪੁਆਇੰਟ ਕਲੀਅਰ ਹੋ ਗਿਆ ਵੀ ਭਾਸ਼ਾਵਾਂ ਦੇ ਵਿੱਚ ਵੀ ਬਦਲਾਵ ਆਉਂਦਾ, ਸਮਾਂ ਜਿਵੇਂ ਬਦਲਦਾ, ਜਿਵੇਂ ਮੱਧ ਯੁੱਗ ਦੀ ਫਾਰਸੀ ਹੋਣ ਵਾਲੀ ਫਾਰਸੀ ਦੇ ਨਾਲ ਨਹੀਂ ਮਿਲਦੀ। ਵਿਆਕਰਨ ਤੇ ਜੇ ਵਿਆਕਰਨ ਬਦਲਦਾ, ਸ਼ਬਦ ਭੰਡਾਰ ਬਦਲਦਾ ਤੇ ਨਾਲ ਸ਼ਬਦਾਂ ਦੇ ਅਰਥ ਵੀ ਬਦਲਦੇ। ਦੇਖੋ ਕਿਦਾਂ, ਵੇਖੋ ਇਹਨਾਂ ਨੇ ਕਿਹਾ ਹਿੰਦੁਸਤਾਨ ਸ਼ਬਦ, ਵੇਖੋ ਇਹਨਾਂ ਨੇ ਕਿਹਾ ਹਿੰਦੁਸਤਾਨ ਸ਼ਬਦ ਜਿਸ ਨੂੰ ਅਸੀਂ ਭਾਰਤ ਦੇ ਅਰਥ ਵਜੋਂ ਲੈਂਦੇ ਹਾਂ, ਇਸ ਨੂੰ ਹਿੰਦੁਸਤਾਨ ਇਸ ਹਿੰਦੁਸਤਾਨ ਸ਼ਬਦ ਦੀ ਵਰਤੋਂ 13ਵੀਂ ਸਦੀ ਵਿੱਚ ਫਾਰਸੀ ਦੇ ਇਤਿਹਾਸਕਾਰ ਮਿਹਾਜ एसराज ਨੇ ਕੀਤੀ। ਇਹ ਵੈਰੀ ਇੰਪੋਰਟੈਂਟ ਆ। ਇਹ ਜਿੰਨੀ ਕਲਾਸ ਤੁਹਾਡੇ ਲਈ ਇੰਪੋਰਟੈਂਟ ਆ ਨਾ ਵੀ ਮੈਂ ਦੱਸ ਹੀ ਨਹੀਂ ਸਕਦੀ ਤੁਹਾਨੂੰ। ਇਦਾਂ ਦਾ ਡਾਟਾ NCERT ਦੇ ਵਿੱਚੋਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਤੁਹਾਨੂੰ ਕਿਤੇ ਨਹੀਂ ਮਿਲਣਾ। ਠੀਕ ਆ, ਨੋਟ ਕਰਦੇ ਜਾਓ ਪੁਆਇੰਟ। ਉਸਨੇ ਪੰਜਾਬ, ਹਰਿਆਣਾ, ਗੰਗਾ, ਜਮਨਾ, ਠੀਕ ਆ, ਕਿਹੜੇ ਇਲਾਕਿਆਂ ਨੂੰ ਹਿੰਦੁਸਤਾਨ ਕਿਹਾ ਉਹਨੇ? ਪੰਜਾਬ, ਹਰਿਆਣਾ, ਗੰਗਾ, ਜਮਨਾ ਦੇ ਵਿਚਲੇ ਸਥਾਨ ਹੀ ਜਿਹੜੇ ਉਹਨਾਂ ਨੂੰ ਉਹਨੇ ਕਿਹਦਾ ਨਾਮ ਦਿੱਤਾ ਵੀ ਇਹ ਹਿੰਦੁਸਤਾਨ ਆ। ਪੰਜਾਬ, ਹਰਿਆਣਾ ਤੇ ਗੰਗਾ ਜਮਨਾ ਦੇ ਵਿਚਕਾਰਲੇ ਇਲਾਕੇ। ਤੁਸੀਂ ਸੋਚੋ ਵੀ ਏਦਾਂ ਦੀ ਜਾਣਕਾਰੀ ਸਾਡੀ ਪੰਜਾਬ ਬੋਰਡ ਦੀ ਬੁੱਕ ਦੇ ਵਿੱਚ ਕਿਤੇ ਨਹੀਂ ਹੈਗੀ। ਇਹ ਸਿਰਫ ਤੇ ਸਿਰਫ NCERT ਚੋਂ ਮੈਂ ਕਰਵਾ ਰਹੀ ਟਰਾਂਸਲੇਟ ਕਰਕੇ। ਠੀਕ ਆ, ਫਿਰ ਇਹ ਕਹਿੰਦੇ ਉਸਨੇ ਇਸ ਸ਼ਬਦ ਦਾ ਪ੍ਰਯੋਗ ਰਾਜਨੀਤਿਕ ਤੌਰ ਤੇ ਲਿਆ। ਇਹ ਇਲਾਕੇ ਦਿੱਲੀ ਦੇ ਸੁਲਤਾਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਹੀ ਆਉਂਦੇ ਸੀ। ਫਿਰ ਉਹਨਾਂ ਨੇ ਕਿਹਾ ਵੀ ਜਿਵੇਂ ਹੋਰ ਖੇਤਰ ਦਿੱਲੀ ਦੇ ਨਾਲ ਜੁੜਦੇ ਗਏ ਤਿਉਂ ਉਹ ਜਿਹੜੇ ਖੇਤਰ ਵੀ ਹਿੰਦੁਸਤਾਨ ਦੇ ਨਾਲ ਜੁੜਦੇ ਗਏ। ਇਹ ਪੁਆਇੰਟ ਤੁਸੀਂ ਯਾਦ ਰੱਖਣਾ ਵਾ। ਠੀਕ ਆ, ਹੋਰ ਖੇਤਰ ਵੀ ਜੁੜਦੇ ਗਏ। ਠੀਕ ਆ, ਹੋਰ ਖੇਤਰ ਵੀ ਜੁੜਦੇ ਗਏ। ਹੋਰ ਖੇਤਰ ਵੀ ਜਦੋਂ ਜੁੜਦੇ ਗਏ ਫਿਰ ਉਹ ਵੀ ਕਿਹਦੇ ਵਿੱਚ ਸ਼ਾਮਲ ਹੁੰਦੇ ਗਏ? ਇਸੇ ਸ਼ਬਦ ਦੇ ਵਿੱਚ ਸ਼ਾਮਲ ਹੁੰਦੇ ਗਏ। ਫਿਰ ਇਹਨੇ ਕਿਹਾ, ਫਿਰ ਅੱਗੇ ਸੁਣੋ, 13ਵੀਂ ਸਦੀ ਦੇ ਵਿੱਚ ਕਿੰਨੇ ਪ੍ਰਯੋਗ ਕੀਤਾ ਹਿੰਦੁਸਤਾਨ ਸ਼ਬਦ ਦਾ? ਮਿਹਾਜ एसराज ਨੇ। ਕਿਹੜੇ ਇਲਾਕੇ? ਪੰਜਾਬ, ਹਰਿਆਣਾ ਤੇ ਗੰਗਾ ਜਮਨਾ ਦੇ ਵਿਚਕਾਰਲੇ ਇਲਾਕੇ। ਤੇ ਉਹਦਾ ਮਤਲਬ ਰਾਜਨੀਤਿਕ ਤੌਰ ਤੇ ਸੀ ਜਿਹੜੇ ਕਿ ਦਿੱਲੀ ਦੇ ਸੁਲਤਾਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸੀ। ਕਲੀਅਰ? ਫਿਰ ਵੇਖੋ 13ਵੀਂ ਸਦੀ ਦੀ ਗੱਲ ਕਲੀਅਰ ਹੋ ਗਈ। ਫਿਰ ਆ ਜਾਓ ਤੁਸੀਂ ਪਹਿਲਾਂ 14ਵੀਂ ਸਦੀ ਤੇ ਆ ਜਾਓ। 14ਵੀਂ ਸਦੀ ਵਿੱਚ ਅਮੀਰ ਖੁਸਰੋ ਨੇ ਹਿੰਦ ਸ਼ਬਦ ਵਰਤਿਆ। ਬਸ ਅਮੀਰ ਖੁਸਰੋ ਬਾਰੇ ਇੰਨੀ ਕੁ ਤੁਸੀਂ ਜਾਣਕਾਰੀ ਰੱਖਣੀ ਆ ਵੀ ਜਿਹੜਾ ਅਮੀਰ ਖੁਸਰੋ ਸੀ, ਮੈਂ ਇੱਥੇ ਪੜ੍ਹ ਕੇ ਇੱਕ ਵਾਰੀ ਤੁਹਾਨੂੰ ਸੁਣਾ ਦਿੰਨੀ ਆ। 14वीं सदी के कवि अमीर खुसरो द्वारा प्रयुक्त शब्द हिंद के ही कुछ समान था, मगर जहां भारत को एक भौगोलिक और सांस्कृतिक सतह में रूप में पहचाना गया। ठीक है, ਇਹ ਤੁਸੀਂ ਯਾਦ ਰੱਖਣਾ ਕਿ ਜੇ ਪੁੱਛਿਆ ਜਾਵੇ 14ਵੀਂ ਸਦੀ ਵਿੱਚ ਹਿੰਦ ਸ਼ਬਦ ਦੀ ਵਰਤੋਂ ਕਿਹਨੇ ਕੀਤੀ ਤੇ ਇਹ ਕਵੀ ਸੀ ਅਮੀਰ ਖੁਸਰੋ, ਇਹਨੇ ਕੀਤੀ ਸੀ। ਫਿਰ ਤੁਸੀਂ ਆ ਜਾਓ 16ਵੀਂ ਸਦੀ ਤੇ ਫਿਰ 16ਵੀਂ ਸਦੀ ਵਿੱਚ ਬਾਬਰ ਨੇ ਹਿੰਦੁਸਤਾਨ ਸ਼ਬਦ ਦਾ ਪ੍ਰਯੋਗ ਕੀਤਾ। ਵੇਖੋ ਕਿੰਨੀ ਬਰੀਕੀ ਦੇ ਨਾਲ ਜਾਣਕਾਰੀ ਆ ਜਿਹੜੀ ਕਿ ਇੱਥੇ ਅਸੀਂ ਕਦੋਂ ਕਿੱਥੇ ਅਤੇ ਕਿਵੇਂ ਅਸੀਂ ਖੁਦ ਵੀ ਸਕੂਲਾਂ 'ਚ ਪੜ੍ਹਿਆ ਤੇ ਅੱਜ ਅਸੀਂ ਫਿਰ ਇਹਨਾਂ ਚੈਪਟਰਾਂ ਦਾ ਰੱਟਾ ਲਾਈ ਜਾਂਦੇ ਆ। ਜਦ ਇੱਥੋਂ ਕਦੀ ਕੁਐਸਚਨ ਆਇਆ
ਪਹਿਲਾ ਚੈਪਟਰ ਹੈ ਨਾ ਕਦੋਂ ਸਾਡੇ ਪੀਐਸਟੈਟ ਦੇ ਸਿਲੇਬਸ ਦੇ ਵਿੱਚ ਵੀ ਦਿੱਤਾ ਵਾ ਕਦੋਂ ਕਿਵੇਂ ਅਤੇ ਕਿੱਥੇ ਕਦੀ ਕੁਐਸਚਨ ਆਇਆ ਇਹਦੇ ਵਿੱਚੋਂ ਕਦੀ ਨਹੀਂ ਆਇਆ ਠੀਕ ਆ। ਫਿਰ ਵੇਖੋ ਕਿੰਨੀ ਵਧੀਆ ਜਾਣਕਾਰੀ ਮੈਨੂੰ ਨਹੀਂ ਲੱਗਦਾ ਵੀ ਆਹ ਪੁਆਇੰਟ ਤੁਹਾਨੂੰ ਅੱਜ ਤੱਕ ਪਤਾ ਲੱਗਿਆ ਹੋਊਗਾ। 16ਵੀਂ ਸਦੀ ਵਿੱਚ ਬਾਬਰ ਨੇ ਹਿੰਦੁਸਤਾਨ ਸ਼ਬਦ ਦਾ ਪ੍ਰਯੋਗ ਭਾਰਤੀ ਉਪਮਹਾਦੀਪ ਦੇ ਭੂਗੋਲ ਅਤੇ ਪਸ਼ੂ ਪੰਛੀਆਂ ਦੀ ਸੰਸਕ੍ਰਿਤੀ ਲਈ ਕੀਤਾ। ਪਸ਼ੂ ਪੰਛੀਆਂ ਦੀ ਇੱਥੇ ਇੱਕ ਪੁਆਇੰਟ ਮਿਸ ਹੋ ਗਿਆ, ਮੈਂ ਲਿਖ ਦਿੰਨੀ ਆ ਪਸ਼ੂ ਪੰਛੀ ਤੇ ਇੱਥੋਂ ਦੇ ਨਿਵਾਸੀਆਂ ਦੀ ਸੰਸਕ੍ਰਿਤੀ ਆਉਣਾ ਠੀਕ ਆ। ਇੱਥੋਂ ਦੇ ਨਿਵਾਸੀਆਂ ਦੀ ਸੰਸਕ੍ਰਿਤੀ ਦਾ ਠੀਕ ਆ, ਇੱਥੋਂ ਦੇ ਨਿਵਾਸੀਆਂ ਦੀ ਸੰਸਕ੍ਰਿਤੀ ਠੀਕ ਆ। ਉਹ ਇਹਨਾਂ ਤਿੰਨ ਸ਼ਬਦਾਂ ਲਈ ਉਹਨੇ ਕੀਤਾ ਸੀ ਹਿੰਦੁਸਤਾਨ ਸ਼ਬਦ ਦਾ ਪ੍ਰਯੋਗ। ਯਾਦ ਰੱਖਣਾ ਵਾ ਜੇ ਪਹਿਲੀ ਵਾਰੀ ਹਿੰਦੁਸਤਾਨ ਸ਼ਬਦ ਦਾ ਪ੍ਰਯੋਗ ਕੀਤਾ ਮਿਹਾਜ ਸਰਾਜ ਨੇ ਕੀਤਾ 13ਵੀਂ ਸਦੀ ਦੇ ਵਿੱਚ। ਹਿੰਦੁਸਤਾਨ ਸ਼ਬਦ ਉਹਨੇ ਕਾਹਦੇ ਵਾਸਤੇ ਪ੍ਰਯੋਗ ਕੀਤਾ ਸੀ? ਜਿਹੜੇ ਪੰਜਾਬ ਹਰਿਆਣਾ ਦੇ ਗੰਗਾ ਜਮਨਾ ਦੇ ਵਿਚਕਾਰ ਦੇ ਇਲਾਕੇ ਸੀ ਜਾਂ ਜਿਹੜੇ ਦਿੱਲੀ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸੀ, ਦਿੱਲੀ ਦੇ ਸੁਲਤਾਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸੀ ਠੀਕ ਹੈ। ਪਰ ਜੇਕਰ ਆਪਾਂ ਬਾਬਰ ਦੀ ਗੱਲ ਕਰਦੇ ਹਾਂ, ਬਾਬਰ ਨੇ 16ਵੀਂ ਸਦੀ ਵਿੱਚ ਹਿੰਦੁਸਤਾਨ ਸ਼ਬਦ ਦਾ ਪ੍ਰਯੋਗ ਕੀਤਾ। ਪਰ ਮਤਲਬ ਕਹਿਣ ਦਾ ਭਾਵ ਇਹ ਵੀ ਸ਼ਬਦਾਂ ਦੇ ਅਰਥ ਬਦਲ ਗਏ। ਆਪਾਂ ਇੱਥੇ ਕੀ ਪੜ੍ਹ ਰਹੇ ਹਾਂ ਵੀ ਨਵੀਂ ਤੇ ਪੁਰਾਣੀ ਸ਼ਬਦਾਵਲੀ। ਹਿੰਦੁਸਤਾਨ ਸ਼ਬਦ ਜਿੱਥੇ ਮਿਹਾਜ ਸਰਾਜ ਦੇ ਕਿਸੇ ਹੋਰ ਉਹਦੇ ਕਹਿਣ ਦੇ ਅਰਥ ਕੁਝ ਹੋਰ ਹੀ ਹਿੰਦੁਸਤਾਨ ਬਾਰੇ, ਪਰ ਬਾਬਰ ਦੇ ਹਿੰਦੁਸਤਾਨ ਬਾਰੇ ਅਰਥ ਹੀ ਬਦਲ ਕੇ ਇਹੀ ਕਹਿਣ ਦੀ ਕੋਸ਼ਿਸ਼ ਇਹ ਕਰ ਰਹੇ ਆ ਠੀਕ ਹੈ। ਕਹਿੰਦੇ ਵੀ ਬਾਬਰ ਨੇ ਕਿਹਦੇ ਵਾਸਤੇ ਕੀਤੇ? ਬਾਬਰ ਨੇ ਇੱਥੋਂ ਦੀਆਂ ਭੂਗੋਲਿਕ ਸਥਿਤੀਆਂ, ਇੱਥੋਂ ਦੇ ਪਸ਼ੂ ਪੰਛੀ, ਇੱਥੋਂ ਦੇ ਨਿਵਾਸੀਆਂ ਦੀ ਸੰਸਕ੍ਰਿਤੀ ਬਾਰੇ ਵਰਤੇ। ਤੇ ਉੱਥੇ ਹੀ 14ਵੀਂ ਸਦੀ ਵਿੱਚ ਇਕੱਲੇ ਹਿੰਦ ਸ਼ਬਦ ਦਾ ਪ੍ਰਯੋਗ ਕਿਹਨੇ ਕੀਤਾ? ਅਮੀਰ ਖੁਸਰੋ ਨੇ ਕੀਤਾ। ਵੈਸੇ ਤੇ ਆਪਣਾ ਚੈਪਟਰ ਇਹ ਬਹੁਤ ਆ, ਮੈਂ ਨਾ ਤੁਹਾਨੂੰ ਇੱਕ ਹੋਰ ਦਿਖਾਉਣੀ ਆ ਬੁੱਕ ਆਪਾਂ ਐਮਾਜ਼ੋਨ ਤੋਂ ਮੰਗਵਾਈ ਆ ਨਾ, ਇਹਦੇ ਨਾ ਅਗਲੇ ਪੇਜ ਪਲੇਨ ਆ ਗਏ। ਦੇਖੋ ਜਿਹੜਾ ਅਗਲਾ ਪੇਜ ਹੈ ਪੇਜ ਨੰਬਰ 4 ਤੇ 5 ਪਲੇਨ ਆ ਗਿਆ ਠੀਕ ਹੈ। ਉਸ ਤੋਂ ਬਾਅਦ ਜਿਹੜਾ ਆਪਣਾ ਪੇਜ ਨੰਬਰ 6 ਤੇ 7 ਆ ਇਹ ਹੈਗਾ। ਇਸ ਤੋਂ ਬਾਅਦ ਪੇਜ ਨੰਬਰ 8 ਤੇ 9 ਵੀ ਜਿਹੜਾ ਵਾ ਉਹ ਮਿਸ ਹੋ ਗਿਆ। ਪਰ ਮੈਂ ਕੀ ਕੀਤਾ, ਮੈਂ ਤੁਹਾਡੇ ਵਾਸਤੇ ਠੀਕ ਹੈ, ਮੈਂ ਤੁਹਾਡੇ ਵਾਸਤੇ ਆਹ ਦੇਖੋ ਠੀਕ ਹੈ, ਵੈਬਸਾਈਟ ਤੋਂ ਬੁੱਕ ਡਾਊਨਲੋਡ ਕਰਕੇ ਉਹਦੇ ਵਿੱਚੋਂ ਇਹ ਪੇਜ ਲੱਭ ਕੇ ਤੇ ਮੈਂ ਫੋਟੋ ਕਾਪੀਆਂ ਕਰਵਾਈਆਂ ਠੀਕ ਹੈ। ਅੱਜ ਦੀ ਕਲਾਸ ਆਪਾਂ ਇਹ ਨਹੀਂ ਰੱਖਦੇ ਕਿਉਂਕਿ ਆਪਣੀ ਪਹਿਲੇ ਚੈਪਟਰ ਦੇ 2 ਪਾਰਟ ਬਣ ਜਾਣੇ, ਕਿਉਂਕਿ ਇਹ ਚੈਪਟਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਸ਼ੁਰੂਆਤ ਆ NCERT ਦੀ ਤੇ ਇਹ ਤੁਸੀਂ ਡੈਮੋ ਮੰਨ ਕੇ ਚੱਲ ਸਕਦੇ ਹੋ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਹਾਂ ਵਾਕਈ ਇਹ ਜਾਣਕਾਰੀ ਸਾਡੇ ਲਈ ਬਰੀਕੀ ਨਾਲ ਪੜ੍ਹਨ ਦੀ ਜ਼ਰੂਰਤ ਹੈਗੀ ਆ ਠੀਕ ਹੈ। ਜੇ ਮੈਂ ਰੀਡਿੰਗ ਕਰਾਵਾਂ ਤੇ ਰੀਡਿੰਗ ਕਰਨ ਤੇ ਬਹੁਤ ਟਾਈਮ ਲੱਗ ਜਾਂਦਾ। ਏਦਾਂ ਇਹ ਆ ਵੀ ਆਪਾਂ ਨਾਲ ਦੀ ਨਾਲ ਮੈਂ ਰੀਡ ਕਰ ਦਿੰਦੀ ਆ, ਬੋਲ ਕੇ ਤੁਹਾਡੇ ਸਾਹਮਣੇ ਤੁਸੀਂ ਸੁਣ ਲੈਂਦੇ ਹੋ, ਫਿਰ ਮੈਂ ਟਰਾਂਸਲੇਟ ਕਰਕੇ ਇੱਥੇ ਲਿਖ ਦਿੰਦੀ ਆ ਪੰਜਾਬੀ ਦੇ ਵਿੱਚ, ਜਿਹੜਾ ਕਿ ਤੁਹਾਡੇ ਲਈ ਜਿਹੜਾ ਕਰਨਾ ਵਾ ਉਹ ਬਹੁਤ ਹੀ ਸੌਖਾ ਹੋ ਜਾਂਦਾ। 1 ਮਿੰਟ ਸੌਰੀ ਮਾਈਕ ਡਿੱਗ ਗਿਆ ਸੀਗਾ। ਤੇ ਮੈਂ ਤੁਹਾਨੂੰ ਇੱਕ ਵਾਰੀ ਦੱਸਦੀ ਹਾਂ ਕਿ ਜਿਹੜੇ ਇਹ ਪੇਜ ਸੀਗੇ ਆਪਣੀ ਬੁੱਕ ਦੇ ਮਿਸ ਹੋ ਗਏ ਸੀ ਤੇ ਇਹਨਾਂ ਨੂੰ ਮੈਂ ਕੀ ਕੀਤਾ, ਇਹਨਾਂ ਨੂੰ ਮੈਂ ਵੈਬਸਾਈਟ ਤੋਂ ਬੁੱਕ ਡਾਊਨਲੋਡ ਕਰਕੇ 7ਵੀਂ ਕਲਾਸ ਦੀ NCERT ਦੀ ਠੀਕ ਆ। ਫਿਰ ਮੈਂ ਕੀ ਕੀਤਾ ਕਿ ਫਿਰ ਮੈਂ ਪ੍ਰਿੰਟ ਕਢਾ ਕੇ ਇਹਨਾਂ ਦੇ ਤੇ ਇਹਨਾਂ ਤੋਂ ਮੈਂ ਤੁਹਾਨੂੰ ਕਰਵਾਉਣਾ ਕਿਉਂਕਿ ਬੁੱਕ ਤੋਂ 4 ਪੇਜ ਮਿਸ ਹੋ ਗਏ ਸੀ ਠੀਕ ਹੈ। ਹੁਣ ਤੁਸੀਂ ਕੀ ਕਰਨਾ ਵਾ, ਅੱਜ ਦਾ ਇਹ ਜਿਹੜਾ ਆਪਣਾ ਪਹਿਲਾ ਚੈਪਟਰ ਹੈ NCERT ਦੇ ਅਕੋਰਡਿੰਗ ਪਹਿਲਾ 7ਵਾਂ ਚੈਪਟਰ ਠੀਕ ਆ। ਇਹ ਚੈਪਟਰ ਆਪਣਾ ਥੋੜਾ ਜਿਹਾ ਨਾ ਮਤਲਬ ਕਿ ਲੈਂਥੀ ਆ। ਦੂਜੀ ਚੀਜ਼ ਇਹ ਆ ਕਿ ਤੁਸੀਂ ਮੈਨੂੰ ਕਿਉਂਕਿ ਜਦੋਂ ਆਪਾਂ ਰੀਡਿੰਗ ਕਰਦੇ ਆ ਹਨਾ, ਮੰਨ ਲਓ ਮੈਂ ਬੁੱਕ ਉਹਦੇ ਤੋਂ ਵੀ ਰੀਡਿੰਗ ਕਰਾਵਾਂ ਉਹਦੇ ਤੋਂ ਵੀ ਰੀਡਿੰਗ ਕਰਾਂ ਤੇ ਆਪਣੇ ਟਾਈਮ ਦੀ ਬਹੁਤ ਜ਼ਿਆਦਾ ਵੇਸਟੇਜ ਹੁੰਦੀ ਆ ਠੀਕ ਆ। ਤੇ ਇਹਦੇ ਨਾਲ ਇਹ ਆ ਕਿ ਮੈਂ ਬੋਲ ਕੇ ਰੀਡਿੰਗ ਕਰਦੀ ਆ, ਤੁਸੀਂ ਸੁਣ ਲੈਂਦੇ ਹੋ ਹਨਾ, ਸੁਣ ਲੈਂਦੇ ਹੋ ਤੁਸੀਂ ਤੇ ਫਿਰ ਇਸ ਤੋਂ ਬਾਅਦ ਕੀ ਹੁੰਦਾ ਵਾ ਕਿ ਮੈਂ ਟਰਾਂਸਲੇਟ ਕਰਕੇ ਲਿਖ ਦਿੰਦੀ ਆ, ਜਿਹਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਸੌਖਾ ਹੋ ਜਾਂਦਾ ਵਾ। ਤੇ ਅੱਜ ਮੈਂ ਇੰਨੀ ਕੁ ਰੱਖਦੀ ਆ ਕਲਾਸ ਠੀਕ ਆ, ਕਿਉਂਕਿ ਥੋੜਾ ਨੈਟਵਰਕ ਇਸ਼ੂ ਵੀ ਚੱਲਦਾ ਪਿਆ ਵਾ ਤੇ ਉਹਦਾ ਕਰਕੇ ਥੋੜੀ ਪ੍ਰੋਬਲਮ ਆਉਂਦੀ ਹੈ। ਜਿਵੇਂ ਕੱਲ ਵੀ ਕਲਾਸ ਜਿਹੜੀ ਆ ਕਾਫੀ ਲੇਟ ਅਪਲੋਡ ਹੋਈ ਸੀ ਠੀਕ ਹੈ। ਤੇ ਤੁਸੀਂ ਕੀ ਕਰਨਾ ਵਾ, ਤੁਸੀਂ ਮੈਨੂੰ ਦੱਸਣਾ ਵਾ, ਖੁਦ ਹੀ ਤੁਸੀਂ ਮੈਨੂੰ ਦੱਸ ਦੇਣਾ ਕਿਉਂਕਿ ਮੈਂ ਕਿਹਦੇ ਵਾਸਤੇ ਕਰ ਰਹੀ ਹਾਂ, ਤੁਹਾਡੇ ਵਾਸਤੇ ਕਰ ਰਹੀ ਹਾਂ ਠੀਕ ਹੈ। ਪਹਿਲੀ ਗੱਲ ਤਾਂ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਇਹ ਤਰੀਕਾ ਕਰਵਾਉਣ ਦਾ ਸਹੀ ਆ ਵੀ ਮੈਂ ਬੋਲ ਕੇ ਰੀਡਿੰਗ ਕਰ ਦਿਆ ਕਰਾਂ ਠੀਕ ਆ, ਤੇ ਫਿਰ ਮੈਂ ਇਹਦਾ ਟਰਾਂਸਲੇਟ ਕਰਕੇ ਇੱਥੇ ਲਿਖ ਦਿਆ ਕਰਾਂ। ਇਹਦੇ ਬਾਰੇ ਤੁਸੀਂ ਮੈਨੂੰ ਦੱਸਣਾ ਵਾ। ਫਿਰ ਤੁਸੀਂ ਦੱਸਣਾ ਵਾ ਵੀ ਅਪਰੋਕਸੀਮੇਟ ਅਸੀਂ ਕਿੰਨੇ ਕੁ ਡਿਊਰੇਸ਼ਨ ਦੀ ਕਲਾਸ ਜਿਹੜੀ ਲਾ ਲਿਆ ਕਰੀਏ ਠੀਕ ਆ। ਜੇ ਤਾਂ ਮਤਲਬ ਕਿ ਮੈਂ ਸਟਾਰਟਿੰਗ 'ਚ ਹੀ ਦੱਸਿਆ ਵੀ ਮੇਰੇ ਚੈਨਲ ਤੇ ਕਲਾਸਾਂ ਜਿਹੜੀਆਂ ਵਾ ਜ਼ਿਆਦਾ ਲੈਂਥੀ ਨਹੀਂ ਹੋਣਗੀਆਂ, ਪਰ ਇਹ ਮਤਲਬ ਕਿ ਪੜ੍ਹਨਾ ਕਿੰਨੇ ਆ, ਤੁਸੀਂ ਪੜ੍ਹਨਾ ਵਾ, ਮੈਂ ਸਿਰਫ ਕਰਵਾਉਣਾ ਆ ਠੀਕ ਆ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵਾ ਕਿ ਕਿੰਨੀ ਕੁ ਡਿਊਰੇਸ਼ਨ ਦੀ ਤੁਹਾਨੂੰ ਕਲਾਸ ਚਾਹੀਦੀ ਆ। ਜੇ ਤਾਂ ਤੁਸੀਂ ਲੰਬੀ ਡਿਊਰੇਸ਼ਨ ਦੀ ਕਲਾਸ ਲਾ ਸਕਦੇ ਆ, ਲੰਬੀ ਕਲਾਸ ਲਾ ਸਕਦੇ ਆ ਨਾ,
ਤੇ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ, ਫਿਰ ਆਪਾਂ ਇੱਕ ਕਲਾਸ ਦੇ ਵਿੱਚ ਪੂਰਾ ਇੱਕ ਚੈਪਟਰ ਕਵਰ ਕਰ ਦਿਆ ਕਰਾਂਗੇ। ਠੀਕ ਹੈ, ਤੁਹਾਡੀ ਚੋਇਸ ਆ। ਤੇ ਜੇ ਤੁਸੀਂ ਚਾਹੁੰਦੇ ਹੋ ਵੀ ਨਹੀਂ ਸਾਡੇ 2-3 ਪਾਰਟ ਦੇ ਵਿੱਚ ਅਸੀਂ ਕਰ ਲਈਏ, ਛੋਟੀ ਕਲਾਸ ਰਵੇ, ਫਿਰ ਵੀ ਤੁਹਾਡੀ ਮਰਜ਼ੀ ਆ। ਜਿੱਦਾਂ ਵੀ ਕਰਨਾ ਹੋਇਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ। ਤੇ ਅੱਜ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵਾ ਕਿ ਇਹ ਕਲਾਸ ਤੁਹਾਨੂੰ ਕਿਵੇਂ ਦੀ ਲੱਗੀ। ਐਵੇਂ ਦੀ ਜਾਣਕਾਰੀ ਮੈਂ ਕਸਮ ਨਾਲ ਕਹਿੰਦੀ ਆ ਤੁਹਾਨੂੰ ਪੂਰੇ YouTube ਤੇ ਕਿਤੇ ਨਹੀਂ ਮਿਲਣੀ। ਗੱਲ ਬਸ ਇਹ ਹੁੰਦੀ ਆ ਵੀ ਕੁਛ ਚੈਨਲ ਜਿਹੜੇ ਆ ਜਾਂ ਕੁਛ ਟੀਚਰ ਜਿਹੜੇ ਆ ਆਲਰੇਡੀ ਵਾਇਰਲ ਹੋਏ ਹੁੰਦੇ ਆ, ਜੋ ਮਰਜ਼ੀ ਕਰਵਾਈ ਜਾਣ, ਉਹਨਾਂ ਨੂੰ ਵਿਊ ਆ ਹੀ ਜਾਣੇ ਆ। ਠੀਕ ਆ, ਉਹਨਾਂ ਦਾ ਇੱਕ ਉਸ ਟਾਈਮ ਦੇ ਕਹਿ ਲਓ ਵੀ ਉਹਨਾਂ ਦਾ ਇੱਕ ਪੇਸ਼ਾ ਬਣ ਜਾਂਦਾ। ਪਰ ਮਤਲਬ ਗੱਲ ਇਹ ਆ ਵੀ ਕੰਟੈਂਟ ਦਾ ਤੁਹਾਨੂੰ ਵੀ ਪਤਾ ਵਾ ਵੀ ਮੇਰਾ ਕੰਟੈਂਟ ਜਿਹੜਾ ਵਾ ਸਿਰੇ ਦਾ। ਗੱਲ ਇਹ ਆ ਵੀ ਆਪਾਂ ਆਪਣਾ ਨਵਾਂ ਚੈਨਲ ਆ ਤੇ ਆਪਾਂ ਬਾਹਲੇ ਵਾਇਰਲ ਨਹੀਂ ਹੋਏ, ਇਸ ਕਰਕੇ ਜਿਹੜਾ ਵੀ ਕੋਈ ਆਉਂਦਾ ਵਾ ਉਹਨੂੰ ਲੱਗਦਾ ਵਾ ਵੀ ਕੰਟੈਂਟ ਦੇਖਣ 'ਚ ਤੇ ਵਧੀਆ ਲੱਗਦਾ, ਪਰ ਮਤਲਬ ਕਹਿ ਦਿੰਦੇ ਆ ਸਬਸਕ੍ਰਾਈਬਰ ਦੇਖ ਲੈਂਦੇ ਆ ਜਾਂ ਵਿਊ ਘੱਟ ਦੇਖ ਕੇ ਚਲ ਜਾਂਦੇ ਆ, ਹਨਾ। ਏਦਾਂ ਦਾ ਕੋਈ ਚੱਕਰ ਹੁੰਦਾ, ਕਿਉਂਕਿ ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗਣਾ। ਆਪਾਂ ਸ਼ੇਅਰ ਕਰਾਂਗੇ ਤੇ ਪਤਾ ਲੱਗਾਂਗੇ, ਜਦੋਂ ਆਪਾਂ ਲਾਈਕ ਕਰਾਂਗੇ, ਵੱਧ ਤੋਂ ਵੱਧ ਕਮੈਂਟ ਕਰਾਂਗੇ, ਤੇ YouTube PSET ਵਾਲੇ ਬੱਚਿਆਂ ਨੂੰ ਆਪਣੇ ਆਪ ਆਪਣੀ ਵੀਡੀਓ ਰਿਕਮੈਂਡ ਕਰੂਗਾ। ਠੀਕ ਆ, ਤੇ ਜੇ ਮੈਂ ਤੁਹਾਡੀ ਹੈਲਪ ਕਰ ਰਹੀ ਹਾਂ, ਤੁਸੀਂ ਅੱਗੋਂ ਹੋਰ ਬੱਚਿਆਂ ਦੀ ਹੈਲਪ ਕਰੋ। ਤੁਸੀਂ ਕਲਾਸ ਨੂੰ ਸ਼ੇਅਰ ਕਰ ਦਿਓ, ਵੱਧ ਤੋਂ ਵੱਧ ਬੱਚੇ ਜਿਹੜੇ ਆ ਆਪਣੇ ਚੈਨਲ ਦੇ ਨਾਲ ਜੁੜ ਸਕਣ ਤੇ ਫ੍ਰੀ ਦੇ ਵਿੱਚ ਇੰਨਾ ਸੋਹਣਾ ਕੰਟੈਂਟ ਜਿਹੜਾ ਵਾ ਉਹਨਾਂ ਨੂੰ ਕਰਵਾਇਆ ਜਾ ਸਕੇ। ਮਿਲਦੇ ਹਾਂ ਆਪਾਂ ਇਸੇ ਹੀ ਚੈਪਟਰ ਦੇ ਅਗਲੇ ਪਾਰਟ ਦੇ ਵਿੱਚ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।